सतगुरु सच्चे पातशाह मेहरबान 14वां श्लोक ते उसकी अष्टपदी जिहड़ी है ना वो इयों वर्णन करते हैं प्यार दे नाल ते सानू समझाउंदे ने भी प्यारिओ अपनियां जिहड़ियां चतुराइयां ने ते सियाणपां ने उहनूं लांभे रख दिओ, पासे रख दिओ ते सिर्फ उस करतार दे चरनां दे नाल जुड़ो। सलोक तजहो सियाणप सुरजन हो, सिमरो हर हर राए। सुरजनो प्यारिओ वो भले पुरुषो, भले मनुखो, वो मेरे भाईओ सुनो। तजहो सियाणप, सियाणप नूं छड्ड दिओ। सिमरो हर हर राए, ते हरी राए नूं करतार नूं वाहिगुरू नूं सिमरो नूं चेते करो। एक आस हार मन रखो, नानक दूब भरम भौ जाए। केवल प्रभु की आस अपने मन में रखो। इस तरह करदिया होया ही उस ते आसरत रहिया होया साडे जीवन दे विच दुख भी ते भरम भी ते डर भी ਜਿਹੜੇ ਸਾਡੇ ਜੀਵਨ ਨੂੰ ਹਰ ਵੇਲੇ ਦੁਖੀ ਕਰਦੇ ਰਹਿੰਦੇ ਨੇ, ਮਨੁੱਖ ਇਹਨਾਂ ਤੋਂ ਬਚ ਸਕਦਾ ਹੈ। ਇਹ ਸਾਰੇ ਦੁੱਖ ਭਰਮ ਤੇ ਭੈ ਜਿਹੜੇ ਨੇ ਚਲੇ ਜਾਂਦੇ ਹਨ। ਅਸ਼ਟਪਦੀ ਮਨੁੱਖ ਕੀ ਟੇਕ ਬ੍ਰਿਥੀ ਸਭ ਜਾਨ। ਸਾਵਧਾਨ ਰਿਓ ਦੇ ਪਿਆਰਿਓ, ਮਨੁੱਖ ਦੀ ਜਿਹੜੀ ਟੇਕ ਹੈ ਨਾ, ਮਨੁੱਖ ਦਾ ਜਿਹੜਾ ਆਸਰਾ ਹੈ, ਇਹ ਤਾਂ ਤੁਸੀਂ ਬਿਲਕੁਲ ਵਿਅਰਥ ਸਮਝੋ। ਕਿਉਂ? ਦੇਵਨ ਕਉ ਏਕੈ ਭਗਵਾਨ। ਦੇਣ ਵਾਲਾ ਸਾਰਿਆਂ ਨੂੰ ਕੇਵਲ ਇੱਕ ਭਗਵਾਨ ਹੀ ਹੈ, ਕਰਤਾਰ ਹੀ ਹੈ। ਜਿਸ ਕਾ ਦੀਆ ਰਹਾਏ ਅਗਾਏ, ਜਿਸ ਦੇ ਦਿੱਤਿਆਂ ਹੋਇਆਂ ਮਨੁੱਖ ਸਦਾ ਰਜਿਆ ਰਹਿੰਦਾ ਹੈ। ਭੌਰ ਨਾ ਤ੍ਰਿਸ਼ਨਾ ਲੱਗ ਆਏ, ਫਿਰ ਉਹਨੂੰ ਆ ਕੇ ਲਾਲਚ ਦੁਖੀ ਨਹੀਂ ਕਰਦਾ ਹੈਗਾ, ਦਬਾਉਂਦਾ ਨਹੀਂ ਹੈ। ਮਾਰੈ ਰਾਖਾਏ ਕੋ ਆਪ, ਮਾਰਨ ਵਾਲਾ ਵੀ ਉਹ ਆਪ ਹੈ, ਰੱਖਿਆ ਕਰਨ ਵਾਲਾ ਵੀ ਉਹ ਆਪ ਹੈ। ਮਨੁੱਖ ਕੈ ਕਿਛੁ ਨਾਹੀ ਹਾਥ, ਕਿਸੇ ਵੀ ਮਨੁੱਖ ਦੇ ਹੱਥ ਵਿੱਚ ਕੁਛ ਨਹੀਂ ਹੈ। ਜ਼ੋਰ ਨਾ ਮੰਗਣ, ਜ਼ੋਰ ਨਾ ਜੀਵਨ ਮਰਨ, ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁਟਾ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਹ ਜਿਤਨਾ ਜ਼ੋਰ ਹੈ ਇਸ ਸੰਸਾਰ ਨੂੰ ਚਲਾਉਣ ਵਾਲੀ ਕਲਾ ਜਿਹੜੀ ਸ਼ਕਤੀ ਹੈ, ਇਹ ਕੇਵਲ ਇਸ ਆਪਣੇ ਕਰਤਾਰ ਦੇ ਆਪਣੇ ਹੱਥ ਦੇ ਵਿੱਚ ਹੈ। ਇਸ ਲਈ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹ ਚਲਾਉਂਦਾ ਹੈ। ਮਨੁੱਖ ਕੈ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੋਝ ਸੁਖ ਹੋਏ। ਉਸ ਦੇ ਹੁਕਮ ਨੂੰ ਸਮਝਣ ਦੇ ਨਾਲ ਹੀ ਮਨੁੱਖ ਨੂੰ ਸੁਖ ਪ੍ਰਾਪਤ ਹੁੰਦਾ ਹੈ। ਤਿਸ ਕਾ ਨਾਮ ਰੱਖ ਕੰਠ ਪਰੋਏ, ਉਸ ਦਾ ਨਾਮ ਹਰ ਵੇਲੇ ਆਪਣੇ ਗਲ ਦੇ ਵਿੱਚ ਪਰੋਈ ਰੱਖ। ਭਾਵ ਕੀ ਹੈ ਕਿ ਹਰ ਵੇਲੇ ਉਸ ਨੂੰ ਯਾਦ ਰੱਖ। ਸਿਮਰ 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 ਪ੍ਰਭ ਸੋਏ, ਉਸ ਪ੍ਰਭੂ ਨੂੰ ਸਿਮਰੋ ਸਿਮਰੋ ਸਿਮਰੋ, ਯਾਦ ਕਰੋ। ਨਾਨਕ ਬਿਗਨ ਨਾ ਲਾਗੈ ਕੋਏ। ਜਿਹੜਾ ਮਨੁੱਖ ਵੀ ਇਵੇਂ ਕਰਦਾ ਹੈ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਸਤਤ ਮਨ ਮਹਿ ਕਰ ਨਿਰੰਕਾਰ, ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰੋ, ਸੋਭਾ ਕਰੋ। ਕਰ ਮਨ ਮੇਰੇ ਸਤ ਵਿਵਹਾਰ, ਇਹ ਸੱਚਾ ਵਿਹਾਰ ਕਰੋ, ਇਹ ਸਦਾ ਟਿਕੇ ਰਹਿਣ ਵਾਲਾ ਸੱਚਾ ਸੁੱਚਾ ਵਿਹਾਰ ਕਰੋ। ਕਿਹੜਾ ਵਿਹਾਰ? ਉਸਤਤ ਮਨ ਮੈਂ ਕਰ ਨਿਰੰਕਾਰ। ਅਤੇ ਹੋਰ ਵਿਹਾਰ ਦਾ ਭੇਦ ਖੋਲ੍ਹਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਪਦ ਵਿੱਚ। ਨਿਰਮਲ ਰਸਨਾ ਅੰਮ੍ਰਿਤ ਪੀਓ, ਰਸਨਾ ਦੇ ਨਾਲ ਨਿਰਮਲ ਅੰਮ੍ਰਿਤ ਜਿਹੜਾ ਹੈ ਨਾ, ਨਾਮ ਅੰਮ੍ਰਿਤ, ਉਹ ਪੀਓ। ਸਦਾ ਸੁਹੇਲਾ ਕਰ ਲੈ ਜੀਓ, ਤੇ ਆਪਣੀ ਜ਼ਿੰਦ ਨੂੰ ਸਦਾ ਲਈ ਸੁਖੀ ਕਰ ਲਓ। ਨੈਣੋ ਭੇਖ ਠਾਕੁਰ ਕਾ ਰੰਗ, ਅੱਖਾਂ ਦੇ ਨਾਲ ਹੋਰ ਕੁਛ ਨਾ ਵੇਖੋ, ਜਿੱਧਰ ਵੀ ਵੇਖੋ ਨਾ ਕਰਤਾਰ ਦੇ ਰੰਗ ਹੀ ਵੇਖੋ। ਤੇ ਵੇਖਦਿਆਂ ਨਾਲ ਤੁਸੀਂ ਵਿਸਮਾਦ ਵਿੱਚ ਚਲੇ ਜਾਓ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰਹੰ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡਾਂ ਵਿਡਾਣੀ। ਅਤੇ ਆਖੋ ਪਿਆਰ ਦੇ ਨਾਲ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਨੈਣੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਭਲਿਆਂ ਦੀ ਸੰਗਤ ਵਿੱਚ ਟਿਕਿਆ ਹੋਇਆ ਨਾ ਮਨੁੱਖ ਦੇ ਅੰਦਰੋਂ ਜਿਹੜੇ ਹੋਰ ਪਰਿਵਾਰਕ ਮੋਹ ਹੁੰਦੇ ਨੇ ਨਾ, ਉਹ ਫਿਰ ਆਪਣੇ ਆਪ ਘਟ ਜਾਂਦੇ ਹਨ। ਚਰਨ ਚਲੋ ਮਾਰਗ ਗੋਬਿੰਦ, ਗੋਬਿੰਦ ਦੇ ਕਰਤਾਰ ਦੇ ਰਾਹ 'ਤੇ ਪੈਰਾਂ ਨਾਲ ਚੱਲੋ। ਮਿਟਹਿ ਪਾਪ ਜਪੀਐ ਹਰ ਬਿੰਦ, ਪਾਪ ਸਾਰੇ ਮਿਟ ਜਾਂਦੇ ਨੇ ਜਦੋਂ ਬੰਦਾ ਬਿੰਦ ਭਲ ਵੀ, ਥੋੜ੍ਹਾ ਜਿਹਾ ਸਮਾਂ ਵੀ, ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਉਸ ਕਰਤਾਰ ਨੂੰ ਜਪਦਾ ਹੈ, ਚੇਤੇ ਕਰਦਾ ਹੈ, ਉਸ ਦੇ ਗੁਣਾਂ ਦਾ ਧਿਆਨ ਕਰਦਾ ਹੈ। ਕਰ ਹਰ ਕਰਮ ਸ਼ਰਵਣ ਹਰ ਕਥਾ, ਪਿਆਰਿਆ ਕੀ ਕਰ? ਕਰ ਹਰ ਕਰਮ, ਹੱਥਾਂ ਦੇ ਨਾਲ
ਪ੍ਰਭੂ ਦੇ ਕੰਮ ਕਰ, ਸ਼ਰਵਣ ਹਰ ਕਥਾ ਤੇ ਕੰਨਾਂ ਦੇ ਨਾਲ ਉਸ ਦੀ ਵਡਿਆਈ ਸੁਣ। ਹਰ ਦਰਗਾਹ ਨਾਨਕ ਉਜਲ ਮੱਥਾ। ਇਸ ਤਰ੍ਹਾਂ ਪ੍ਰਭੂ ਦੀ ਦਰਗਾਹ ਦੇ ਵਿੱਚ ਨਾ ਮੱਥਾ ਉਜਲ ਹੋ ਜਾਂਦਾ ਹੈ, ਮੁਖ ਮਨੁੱਖ ਦਾ ਸੁਰਖਰੂ ਹੋ ਜਾਂਦਾ ਹੈ। ਬੜਭਾਗੀ ਤੇ ਜਨ ਜਗ ਮਾਏ, ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ, ਸਦਾ ਸਦਾ ਹਰ ਕੇ ਗੁਣ ਗਾਹੇ। ਹਾਂ, ਬੜਭਾਗੀ ਤੇ ਜਨ ਜਗ ਮਾਹੇ, ਉਹ ਮਨੁੱਖ ਜਗਤ ਵਿੱਚ ਵੱਡੇ ਭਾਗਾਂ ਵਾਲੇ ਹਨ। ਕਿਹੜੇ? ਸਦਾ ਸਦਾ ਹਰ ਕੇ ਗੁਣ ਗਾਹੇ, ਜਿਹੜੇ ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ। ਰਾਮ ਨਾਮ ਜੋ ਕਰਹਿ ਵਿਚਾਰ, ਜਿਹੜੇ ਉਸ ਦੇ ਨਾਮ ਦੀ ਵਿਚਾਰ ਕਰਦੇ ਨੇ, ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ। ਸੇ ਧਨਵੰਤ ਗਣੀ ਸੰਸਾਰ, ਉਹ ਧਨਵੰਤ ਨੇ, ਧਨ ਵਾਲੇ ਨੇ। ਗਣੀ ਤੋਂ ਭਾਵ ਹੈ ਅਮੀਰ ਹਨ, ਧਨਾੜ ਹਨ ਉਹ ਲੋਕ। ਮਨ ਤਨ ਮੁਖ ਬੋਲਹਿ ਹਾਰੇ ਮੁਖੀ, ਜਿਹੜੇ ਮਨ ਤੋਂ, ਤਨ ਤੋਂ, ਮੁਖ ਤੋਂ ਹਰੀ ਬੋਲਦੇ ਹਨ, ਹਰੀ ਦੀ ਸਿਫਤ ਸਲਾਹ ਕਰਦੇ ਹਨ। ਸਮਾਜ ਦੇ ਵਿੱਚ ਵੀ ਉਹ ਮੁਖੀ ਬਣ ਜਾਂਦੇ ਹਨ, ਮੁਖੀ ਸਮਝੇ ਜਾਂਦੇ ਹਨ। ਸਦਾ ਸਦਾ ਜਾਨੂ ਤੇ ਸੁਖੀ, ਤੇ ਅਜਿਹੇ ਲੋਕ ਹੀ ਜੀਵਨ ਦੇ ਵਿੱਚ ਸੁਖੀ ਸਮਝੋ। ਏਕੋ ਏਕ ਪਛਾਨੈ, ਜਿਹੜਾ ਮਨੁੱਖ ਕੇਵਲ ਇੱਕ ਪ੍ਰਭੂ ਨੂੰ ਹੀ ਹਰ ਥਾਂ ਤੇ ਪਛਾਣਦਾ ਹੈ। ਇਤਿ ਉਤ ਕੀਓ ਸੋਝੀ ਜਾਣੈ, ਉਹ ਲੋਕ ਪਰਲੋਕ ਦੀ ਸਾਰੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਜਾਣ ਲੈਂਦਾ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਮੰਨ ਜਾਂਦਾ ਹੈ, ਰਚ ਮਿਚ ਜਾਂਦਾ ਹੈ। ਨਾਨਕ ਤਿਨਹਿ ਨਿਰੰਜਨ ਜਾਣਿਆ, ਐਸੇ ਮਨੁੱਖ ਨੇ ਸਮਝੋ ਇੱਕ ਨਾ ਇੱਕ ਦਿਨ ਜਿਹੜੇ ਨੇ ਨਿਰੰਜਨੀ ਭੇਦ, ਵਾਹਿਗੁਰੂ ਦੇ ਭੇਦ ਜਿਹੜੇ ਨੇ ਉਹ ਜਾਣ ਲਏ। ਭਾਵ ਉਹ ਜਾਣ ਲੈਂਦਾ ਹੈ, ਵਾਹਿਗੁਰੂ ਨੂੰ ਪਛਾਣ ਲੈਂਦਾ ਹੈ। ਗੁਰ ਪ੍ਰਸਾਦ ਆਪਣੇ ਆਪ ਸੁਝੈ, ਗੁਰੂ ਕਿਰਪਾ ਦੇ ਸਦਕਾ ਉਸ ਨੂੰ ਆਪਣਾ ਆਪ ਸੁਝੈ। ਆਪਾ ਜਿਹੜਾ ਹੈ ਨਾ ਉਸ ਦੀ ਸੋਝੀ ਆ ਜਾਂਦੀ ਹੈ। ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਤੇ ਗੁਰੂ ਕਿਰਪਾ ਜਿਨ੍ਹਾਂ ਦੇ ਉੱਪਰ ਇਹ ਹੋ ਗਈ, ਤੁਸੀਂ ਸਮਝੋ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਉਹਦੀ ਤ੍ਰਿਸ਼ਨਾ ਜਿਹੜੀ ਹੈ ਨਾ ਮਿਟ ਜਾਂਦੀ ਹੈ। ਸਾਧ ਸੰਗ ਹਰ ਹਰ ਜਸ ਕਹਿਤ, ਜਿਹੜਾ ਰੱਬ ਦਾ ਪਿਆਰਾ ਸੰਗਤ ਵਿੱਚ ਆ ਕੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਾ ਹੈ। ਸਰਬ ਰੋਗ ਤੇ ਉਹ ਹਰ ਜਨ ਰਹਿਤ, ਉਹ ਸਾਰੇ ਹੀ ਮਾਨਸਿਕ ਰੋਗਾਂ ਤੋਂ, ਸਾਰੇ ਰੋਗਾਂ ਤੋਂ ਉਹ ਹਰੀ ਜਨ, ਹਰੀ ਦਾ ਪਿਆਰਾ ਰਹਿਤ ਹੋ ਜਾਂਦਾ ਹੈ, ਭਾਵ ਬਚ ਜਾਂਦਾ ਹੈ। ਅਨੰਦਨ ਕੀਰਤਨ ਕੇਵਲ ਬਖਿਆਨ, ਜਿਹੜਾ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਕਰਦਾ ਹੈ। ਗ੍ਰਸਤ ਮੈਂ ਸੋਈ ਨਿਰਵਾਨ, ਉਹ ਮਨੁੱਖ ਗ੍ਰਸਤ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ। ਏਕ ਹੀ ਉੱਪਰ ਜਿਸ ਜਨ ਕੀ ਆਸਾ, ਜਿਸ ਦੀ ਆਸ ਕੇਵਲ ਇੱਕ ਕਰਤਾਰ ਤੇ ਹੈ। ਤਿਸ ਕੀ ਕਟਿਆ ਜਮ ਕੀ ਫਾਸਾ, ਉਹਦੀ ਜਮ ਦੀਆਂ ਫਾਹੀਆਂ ਜਿਹੜੀਆਂ ਨੇ ਕੱਟੀਆਂ ਜਾਂਦੀਆਂ ਨੇ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਸ ਦੇ ਮਨ ਦੇ ਵਿੱਚ ਪਾਰ ਬ੍ਰਹਮ ਦੀ ਭੁੱਖ ਹੈ, ਪਿਆਰ ਦੀ ਭੁੱਖ ਹੈ, ਦਰਸ਼ਨਾਂ ਦੀ ਤਾਂਘ ਹੈ, ਉਸ ਦੀ ਸਿਫਤ ਸਲਾਹ ਦੀ ਤਾਂਘ ਹੈ। ਨਾਨਕ ਤਿਸ ਹੈ ਨਾ ਲਾਗਹਿ ਦੁਖ, ਉਸ ਮਨੁੱਖ ਨੂੰ ਕਿਸੇ ਪ੍ਰਕਾਰ ਦਾ ਜਿਹੜੇ ਦੁੱਖ ਨੇ ਨਾ ਉਹ ਨਹੀਂ ਸਤਾਉਂਦੇ। ਜਿਸ ਕੋ ਹਰਿ ਪ੍ਰਭ ਮਨ ਚਿਤ ਆਵੈ, ਜਿਹਨੂੰ ਹਰੀ ਪ੍ਰਭੂ ਮਨ ਦੇ ਵਿੱਚ ਆ ਜਾਂਦਾ ਹੈ, ਚਿੱਤ ਵਿੱਚ ਆ ਜਾਂਦਾ ਹੈ, ਸਮਾ ਜਾਂਦਾ ਹੈ। ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਉਸ ਨੂੰ ਤੁਸੀਂ ਸਮਝੋ ਜਿਹੜਾ ਸਾਸਗਰਾ ਚੇਤੇ ਰੱਖਦਾ ਰਹਿੰਦਾ ਹੈ, ਉਹ ਸੰਤ ਸਦਾ ਸੁਖੀ ਰਹਿੰਦਾ ਹੈ, ਕਦੀ ਵੀ ਡੋਲਦਾ ਨਹੀਂ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਜਿਸ ਦੇ ਉੱਪਰ ਪ੍ਰਭੂ ਕਿਰਪਾ ਕਰਦੇ ਹਨ, ਸੋ ਸੇਵਕ ਕਉ ਕਿਸ ਤੇ ਡਰੈ। ਫਿਰ ਐਸਾ ਸੇਵਕ ਜਿਹੜਾ ਹੈ ਉਸ ਦਾ ਡਰਨਾ ਕਿਸੇ ਦੇ ਕੋਲੋਂ ਕਿਉਂ ਹੋਇਆ ਭਲਾ? ਭਾਵ ਹੈ ਕਿ ਉਹ ਕਦੀ ਵੀ ਕਿਸੇ ਕੋਲੋਂ ਨਹੀਂ ਡਰਦਾ, ਜਿਸ ਦੇ ਉੱਪਰ ਪਰਮੇਸ਼ਰ ਵਾਹਿਗੁਰੂ ਕਿਰਪਾ ਕਰ ਦਿੰਦੇ ਹਨ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਉਹ ਮਨੁੱਖ ਸਮਝ ਲੈਂਦਾ ਹੈ ਕਿ ਵਾਹਿਗੁਰੂ ਜਿਹੜਾ ਹੈ ਉਹਦੇ ਭੇਦ ਕੀ ਨੇ। ਵਾਹਿਗੁਰੂ ਜੈਸਾ ਹੁੰਦਾ ਹੈ ਉਹਨੂੰ ਦਿਸਣ ਲੱਗ ਪੈਂਦਾ ਹੈ। ਆਪਣੇ ਕਾਰਜ ਮੈਂ ਆਪ ਸਮਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਵਾਹਿਗੁਰੂ ਆਪਣੇ ਰਚੇ ਹੋਏ ਜਗਤ ਵਿੱਚ ਆਪ ਸਮਾਇਆ ਹੋਇਆ ਹੈ। ਇਸ ਗੱਲ ਨੂੰ ਬੰਦਾ ਸਮਝਣ ਲੱਗ ਪੈਂਦਾ ਹੈ। ਸੋਧਤ 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 ਸੀਜਿਆ, ਤੇ ਸਦਾ ਵਿਚਾਰ ਕਰਦਿਆਂ ਗੁਰ ਪ੍ਰਸਾਦ ਤਤ ਸਭ ਬੂਝਿਆ। ਗੁਰੂ ਕਿਰਪਾ ਦੇ ਸਦਕਾ ਸੰਸਾਰ ਦੇ ਇਸ ਤਤ ਨੂੰ ਬੰਦਾ ਸਮਝਣ ਲੱਗ ਪੈਂਦਾ ਹੈ।
जब देखो तब सब किछ मूल। सतगुरु सच्चे पातशाह फरमान करते ने, मेरे उत्ते भी गुरु की मेहर हुई है। हुण मैं जब देखो, जदों मैं देखदा तद सब किछ मूल। हरेक चीज़ जिहड़ी है ना, उस दे विचों, उस दे मुੱਢ दे विचों तां मैनूं केवल परमात्मा ही नज़र आउंदा है। शब्द दा बीज वो आप ही है, नमो बीज बीजे। नानक सो सूखम सोई अस्थूल। ਉਹੀ ਹਰੇਕ ਦੇ ਵਿੱਚ ਸੂਖਮ ਰੂਪ ਦੇ ਵਿੱਚ ਹੈ, ਤੇ ਸੂਖਮ ਹੀ ਜਿਹੜਾ ਹੈ ਨਾ ਉਹ ਅਸਥੂਲ ਰੂਪ ਹੈ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਨਾ ਕੁਝ ਜੰਮਦਾ ਹੈ ਨਾ ਕੁਝ ਮਰਦਾ ਹੈ, ਆਪਨ ਚਲਿਤ ਆਪ ਹੀ ਕਰੈ। ਇਹ ਜਨਮ ਮਰਨ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਆਪਣਾ ਖੇਲ ਹੈ, ਤੇ ਆਪ ਹੀ ਉਹ ਖੇਲ ਨੂੰ ਖੇਲਦਾ ਹੈ। ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਉਣਾ ਜਾਣਾ ਦੇਖਣਾ ਅਤੇ ਅਣਦਿਸਣਾ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿੱਚ ਤੁਰਨ ਵਾਲਾ ਬਣਾਇਆ ਹੋਇਆ ਹੈ। ਆਪੇ ਆਪ ਸਗਲ ਮੈਂ ਆਪ, ਸਾਰੇ ਜੀਆਂ ਵਿੱਚ ਵਾਹਿਗੁਰੂ ਆਪ ਹੈ। ਅਨੇਕ ਜੁਗਤ ਰਚ ਥਾਪੂ ਥਾਪ, ਅਨੇਕਾਂ ਜੁਗਤੀਆਂ ਦੇ ਨਾਲ ਵਾਹਿਗੁਰੂ ਇਹਨਾਂ ਸਾਰਿਆਂ ਨੂੰ ਥਾਪਦਾ ਹੈ, ਤੇ ਫਿਰ ਉਥਾਪਦਾ ਹੈ, ਪਟਦਾ ਹੈ, ਭਾਵ ਨਾਸ਼ ਕਰ ਦਿੰਦਾ ਹੈ। ਅਬਿਨਾਸੀ ਨਾਹੀ ਕਿਛ ਖੰਡ, ਵਾਹਿਗੁਰੂ ਆਪ ਅਬਿਨਾਸੀ ਹੈ। ਉਹ ਕਦੀ ਵੀ ਖੰਡ ਖੰਡ ਨਹੀਂ ਹੁੰਦਾ, ਟੁਕੜੇ ਨਹੀਂ ਹੁੰਦਾ, ਭਾਵ ਕਦੀ ਵੀ ਉਸ ਦਾ ਨਾਸ਼ ਨਹੀਂ ਹੁੰਦਾ। ਧਾਰਨ ਧਾਰ ਰਹਿਓ ਬ੍ਰਹਿਮੰਡ, ਤੇ ਉਹ ਸਾਰੇ ਬ੍ਰਹਿਮੰਡ ਦੇ ਵਿੱਚ ਰਮਿਆ ਹੋਇਆ ਹੈ। ਆਪ ਹੀ ਉਹ ਸਾਰੀ ਰਚਨਾ ਕਰ ਰਿਹਾ ਹੈ। ਅਲਖ ਅਭੇਵ ਪੁਰਖ ਪ੍ਰਤਾਪ, ਵਾਹਿਗੁਰੂ ਜਿਹੜਾ ਹੈ ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਉਹ ਅਲਖ ਹੈ, ਉਹ ਬਿਆਨ ਨਹੀਂ ਹੋ ਸਕਦਾ। ਉਹ ਅਭੇਵ ਹੈ, ਉਸ ਦੇ ਭੇਤ ਨਹੀਂ ਪਾਏ ਜਾ ਸਕਦੇ। ਬਸ ਆਪ ਜਪਾਏ ਤਾਂ ਨਾਨਕ ਜਾਪ। ਜੇ ਉਹ ਆਪ ਹੀ ਕਿਰਪਾ ਕਰੇ, ਆਪਣਾ ਆਪਣਾ ਜਪਾਏ ਸਾਡੇ ਪਾਸੋਂ, ਤੇ ਮਨੁੱਖ ਜਿਹੜਾ, ਬੰਦੇ ਜਿਹੜੇ ਨੇ ਨਾ, ਜੀਵ ਉਸ ਦਾ ਜਾਪ ਕਰਦੇ ਹਨ, ਧਿਆਨ ਕਰ ਸਕਦੇ ਹਨ। ਜਿਨ ਪ੍ਰਭ ਜਾਤਾ ਸੋ ਸੋ ਬਾਵੰਤ, ਪਾਤਸ਼ਾਹ ਕਹਿੰਦੇ ਨੇ ਉਹ ਵੱਡੇ ਭਾਗਾਂ ਵਾਲੇ ਬੰਦੇ ਜਿਨ੍ਹਾਂ ਦੇ ਉੱਪਰ ਕਰਤਾਰ ਨੇ ਕਿਰਪਾ ਕਰ ਦਿੱਤੀ, ਤੇ ਜਿਨ੍ਹਾਂ ਨੇ ਸੋਧਦਿਆਂ ਹੋਇਆਂ ਜਿਹੜੇ ਸੀਝ ਗਏ, ਹਰ ਵੇਲੇ ਵਿਚਾਰਦੇ ਰਹੇ ਉਸ ਦੇ ਬਾਬਤ, ਜਿਨ੍ਹਾਂ ਨੇ ਜਾਣ ਲਿਆ, ਸੋ ਸੋਭਾਵੰਤ, ਉਹ ਭਲੀ ਸੋਭਾ ਵਾਲੇ ਹੋ ਗਏ। ਸਗਲ ਸੰਸਾਰ ਉਧਰੈ ਤਿਨ ਮੰਤ, ਉਹ ਆਪ ਹੀ ਚੰਗੇ ਜੀਵਨ ਵਾਲੇ ਨਹੀਂ ਹੁੰਦੇ, ਬਲਕਿ ਸਾਰਾ ਸੰਸਾਰ ਜਿਹੜਾ ਹੈ ਨਾ, ਉਹਨਾਂ ਦੇ ਉਪਦੇਸ਼ ਨੂੰ ਧਿਆਨ ਦੇ ਨਾਲ ਸੁਣਦਾ ਹੈ। ਪ੍ਰਭ ਕੇ ਸੇਵਕ ਸਗਲੇ ਉਦਾਹਰਨ, ਅਜਿਹੇ ਜਿਹੜੇ ਲੋਕ ਨੇ, ਹਰੀ ਦੇ ਭਗਤ ਨੇ, ਪਿਆਰੇ ਨੇ, ਇਹ ਸਾਰਿਆਂ ਦਾ ਉਧਾਰ ਕਰਨ ਦੇ ਯੋਗ ਵੀ ਹੋ ਜਾਂਦੇ ਹਨ। ਪ੍ਰਭ ਕੇ ਸੇਵਕ ਦੁਖ ਵਿਸਾਰਨ, ਦੁੱਖਾਂ ਨੂੰ ਵਿਸਾਰਨ ਵਾਲੇ ਹੋ ਜਾਂਦੇ ਹਨ। ਆਪੇ ਮੇਲ ਲਏ ਕਿਰਪਾਲ, ਸੇਵਕਾਂ ਨੂੰ ਕਿਰਪਾਲੂ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰੂ ਕਾ ਸ਼ਬਦ ਜਪ ਭਏ ਨਿਹਾਲ, ਸਤਿਗੁਰਾਂ ਦਾ ਉਪਦੇਸ਼ ਜਪ ਕੇ, ਸ਼ਬਦ ਜਪ ਕੇ ਉਹ ਮਨੁੱਖ ਨਿਹਾਲ ਹੋ ਜਾਂਦੇ ਹਨ। ਉਨਕੀ ਸੇਵਾ ਸੋਈ ਲਾਗੈ, ਫਿਰ ਇਹਨਾਂ ਸੇਵਕਾਂ ਦੀ ਸੰਗਤ ਵੀ, ਸੇਵਾ ਵੀ ਉਹੀ ਮਨੁੱਖ ਲੱਗਦੇ ਹਨ, ਭਾਵ ਪ੍ਰਾਪਤ ਕਰਦੇ ਨੇ। ਜਿਸ ਨੂੰ ਕਿਰਪਾ ਕਰਹਿ ਬੜ ਭਾਗਾ, ਜਿਨ੍ਹਾਂ ਦੇ ਉੱਪਰ ਕਰਤਾਰ ਵਾਹਿਗੁਰੂ ਜਿਹੜਾ ਹੈ ਨਾ ਕਿਰਪਾ ਕਰ ਦਿੰਦਾ ਹੈ, ਭਾਗਾਂ ਵਾਲਿਆਂ ਦੇ ਉੱਤੇ। ਨਾਮ ਜਪਤ ਪਾਵੈ ਵਿਸਰਾਮ, ਉਹ ਨਾਮ ਜਪ ਕੇ ਅਡੋਲ ਅਵਸਥਾ ਪ੍ਰਾਪਤ ਕਰਦੇ ਨੇ। ਨਾਨਕ ਤਿਨ ਪੁਰਖ ਕਉ ਉਤਮ ਕਰਮ ਮਾਨ, ਉਹਨਾਂ ਬੰਦਿਆਂ ਨੂੰ ਤੁਸੀਂ ਭਲੇ ਭਾਗਾਂ ਵਾਲੇ, ਉੱਚੇ ਭਾਗਾਂ ਵਾਲੇ ਸਮਝੋ। ਪਰ ਕੀ ਇਹ ਸਾਰਾ ਕੁਝ ਆਪਣੇ ਆਪ ਹੋ ਜਾਂਦਾ ਹੈ? ਕੋਈ ਮਨੁੱਖ ਖੁਦ ਕਰ ਸਕਦਾ ਹੈ? ਜੋ ਕੁਛ ਕਰਾਏ ਸੋ ਪ੍ਰਭ ਕੈ ਰੰਗ, ਕਹਿੰਦੇ ਨੇ ਨਹੀਂ, ਇਹ ਗੱਲ ਉਦੋਂ ਹੀ ਬਣਦੀ ਹੈ ਜਦੋਂ ਬੰਦੇ ਅੰਦਰ ਇਸ ਪ੍ਰਕਾਰ ਦੀ ਬਿਰਤੀ ਆ ਜਾਂਦੀ ਹੈ ਤੇ ਵਾਹਿਗੁਰੂ ਪ੍ਰਤੀ ਸਮਰਪਿਤ ਹੋ ਜਾਂਦਾ ਹੈ। ਕਿਵੇਂ ਫਿਰ ਸੋਚਦਾ ਹੈ, ਜੋ ਕੁਛ ਕਰਾਏ ਸੋ ਪ੍ਰਭ ਕੈ ਰੰਗ, ਪ੍ਰਭੂ ਦੇ ਪਿਆਰ ਵਿੱਚ ਹੀ ਕਰਦਾ ਹੈ। ਸਦਾ ਸਦਾ ਵਸੈ ਹਰ ਸੰਗ, ਉਹ ਤਾਂ ਹਰ ਵੇਲੇ ਪ੍ਰਭੂ ਦੀ ਹਜ਼ੂਰੀ ਵਿੱਚ ਵਸਦਾ ਹੈ। ਫਿਰ ਸਹਿਜ ਸੁਭਾਏ ਹੋਵੈ ਸੋ ਹੋਏ, ਸੁਤੇ ਹੀ ਜੋ ਕੁਝ ਹੁੰਦਾ ਹੈ ਉਹਨੂੰ ਪ੍ਰਭੂ ਦਾ ਭਾਣਾ ਮੰਨਦਾ ਹੈ। ਕਰਨਾ ਹਾਰ ਪਛਾਣੈ ਸੋਏ, ਉਹ ਪਛਾਣਦਾ ਹੈ ਕਿ ਬੰਦਾ ਨਹੀਂ ਕੋਈ ਵੀ ਕੁਛ ਕਰਨ ਵਾਲਾ, ਇਹ ਕਰਨ ਵਾਲਾ ਤਾਂ ਕਰਤਾਰ ਖੁਦ ਹੈ। ਉਸ ਦੀ ਫਿਰ ਪਛਾਣ ਹੋ ਜਾਂਦੀ ਹੈ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਤੇ ਪ੍ਰੇਮੀਆਂ ਨੂੰ ਪ੍ਰਭੂ ਦਾ ਜੈਸਾ ਵੀ ਰੰਗ ਹੁੰਦਾ ਹੈ ਨਾ, ਉਹ ਸਾਰੇ ਦਾ ਸਾਰਾ ਪਾਉਂਦਾ ਹੈ, ਮਿੱਠਾ ਲੱਗਦਾ ਹੈ।
ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜੈਸਾ ਵੀ ਸੀ ਵੈਸਾ ਹੀ ਫਿਰ ਨਜ਼ਰ ਆਇਆ। ਭਾਵ ਜ਼ਿੰਦਗੀ ਦੀ ਹਕੀਕਤ ਜਿਹੜੀ ਹੈ ਨਾ ਉਹ ਫਿਰ ਨਜ਼ਰ ਆਉਣ ਲੱਗ ਪੈਂਦੀ ਹੈ। ਜਿਸ ਤੇ ਉਪਜੇ ਤਿਸ ਮਾਹੀ ਸਮਾਏ, ਜਿਸ ਪ੍ਰਭੂ ਤੋਂ ਸੇਵਕ ਪੈਦਾ ਹੋਏ ਹਨ ਉਹ ਇਹ ਸੁਖ ਨਿਧਾਨ ਉਹਨੂੰ ਬਣ ਆਏ, ਤੇ ਉਸੇ ਵਿੱਚ ਉਹ ਲੀਨ ਰਹਿੰਦੇ ਹਨ। ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਆਪਸ ਕੋ ਆਪ ਦੀਨੋ ਮਾਨ, ਪ੍ਰਭੂ ਆਪਣੇ ਆਪ ਨੂੰ ਆਪ ਹੀ ਮਾਣ ਦਿੰਦਾ ਹੈ। ਇਹ ਸੇਵਕ ਚੂੰਕਿ ਉਸੇ ਦਾ ਰੂਪ ਹੋ ਜਾਂਦੇ ਹਨ। ਨਾਨਕ ਪ੍ਰਭ ਜਨ ਏਕੋ ਜਾਨ, ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇੱਕ ਰੂਪ ਸਮਝੋ। ਕਿਸੇ ਪ੍ਰਕਾਰ ਦਾ ਅੰਤਰ ਜਿਹੜਾ ਹੈ ਨਾ ਪ੍ਰਭੂ ਦੇ ਸੇਵਕ ਵਿੱਚ ਤੇ ਪ੍ਰਭੂ ਦੇ ਵਿੱਚ ਨਹੀਂ ਰਹਿ ਜਾਂਦਾ।